डॉक्टर हरपाल सिंह जी पन्नू साहब नूं मेरी ये कोशिश है कि ਜਿਹੜੇ ਬੁਲਾਰਿਆਂ ਦੇ ਆਪਾਂ ਨੇ ਨਾਮ ਨੋਮੀਨੇਟ ਕੀਤੇ ਉਹਨਾਂ 'ਚੋਂ ਕੋਈ ਨਾ ਰਵੇ, ਬਾਕੀਆਂ ਕੋਲੋਂ ਤਾਂ ਕੁੱਟ ਵੀ ਖਾਧੀ ਜਾ ਸਕਦੀ ਹੈ ਤੇ ਮਾफ़ੀ ਮੰਗੀ ਜਾ ਸਕਦੀ ਹੈ। ਉਸ ਕਰਕੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ ਸੰਖੇਪ ਸ਼ਬਦਾਂ ਦੇ ਵਿੱਚ ਜਿਹੜੇ ਆਪਣੇ ਵਿਚਾਰ ਆ ਉਹ ਸਾਂਝੇ ਕਰਨ ਤੇ ਸਾਧ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਉਹ 10-15 ਮਿੰਟ ਹੋਰ ਬੈਠਣ। ਮਾਨਯੋਗ ਸਿੰਘ ਸਾਹਿਬਾਨ, विद्वान सज्जन, निहंग सिंह फौजां, गुरु रूप साध संगत जीओ, वाहिगुरू जी का खालसा वाहिगुरू जी की फतेह। मैं ये अच्छी तरह जानदा क्योंकि मैं भी संगत रूप दे विच बैठा रहा। भाईओ भैणों भी थकेवा बहुत हो गया, ये अपने ते ज्यादती है वैसे बहुत ज़्यादा, इन्ना लोड है जिहड़ा ना वो साडे पिस्टन स्लीव खराब हो जाणगे इहदे नाल। तो बेनती है मैं संखेप च सिर्फ 2-3 इशारे करने ने। सब तो पहलों तो ਅਸੀਂ ਜਿਹੜੇ ਬੁੱਢੇ ਹਾਂ ਨਾ, ਸਾਡਾ ਫਰਜ਼ ਇਹ ਹੈ ਕਿ ਆਪਣੇ ਤੋਂ ਛੋਟਿਆਂ ਦੀ ਕਦਰ ਕਰੀਏ। ਮੇਰੇ ਸਾਹਮਣੇ ਮੇਰਾ ਇੱਕ ਵਿਦਿਆਰਥੀ ਬੈਠਾ ਹੈ, ਉਹਦਾ ਨਾਂ ਹੈ ਰਣਜੋਤ ਸਿੰਘ। ਵਿਦਿਆਰਥੀ ਸੰਗਤ ਦੇ ਦਰਸ਼ਨ ਕਰੇ, ਇਹਨੇ PhD ਕੀਤੀ ਹੈ ਜੀ ਦਸਮ ਗ੍ਰੰਥ ਸਾਹਿਬ 'ਤੇ। ਨਾਂ ਵੀ ਰਣਜੋਤ ਸਿੰਘ ਹੈ ਅਤੇ ਯੋਧਿਆਂ ਵਾਂਗੂ ਜੂਝਿਆ, ਮੈਦਾਨ 'ਚ ਵਿਰੋਧਤਾਈਆਂ ਬਹੁਤ ਹੋਈਆਂ। ਦੂਜੀ ਸੂਚਨਾ ਆਪ ਜੀ ਨੂੰ ਇਹ ਦੇਣੀ ਹੈ ਕਿ ਡਾਕਟਰ ਹਰਭਜਨ ਸਿੰਘ ਜੀ ਨਾਲ ਇਸ ਵੇਲੇ ਸ੍ਰੀ ਦਸਮ ਗ੍ਰੰਥ ਸਾਹਿਬ 'ਤੇ 2 ਵਿਦਿਆਰਥੀ PhD ਕਰ ਰਹੇ ਨੇ, ਦਾਸ ਨਾਲ 2 ਵਿਦਿਆਰਥੀ PhD ਕਰ ਰਹੇ ਨੇ। ਬਹੁਤ ਸਾਰੀਆਂ ਵਿਰੋਧਤਾਈਆਂ ਦੇ ਬਾਵਜੂਦ ਹੀ ਬਹੁਤ ਇਤਰਾਜ਼ ਹੋ ਰਿਹਾ, ਬਹੁਤ ਮੁਸ਼ਕਿਲਾਂ 'ਚੋਂ ਲੰਘਣਾ ਪੈ ਰਿਹਾ। ਇਸ ਕਰਕੇ ਮੈਂ ਅਰਜ਼ ਕੀਤੀ ਹੈ ਸ਼ੁਰੂ 'ਚ ਹੀ ਇਹ ਕਿ ਲਗਭਗ 10 ਸਾਲ ਪਹਿਲੋਂ ਤੋਂ ਜਦੋਂ ਪ੍ਰਚੰਡ ਰੂਪ ਦੇ ਵਿੱਚ ਦਸਮ ਗ੍ਰੰਥ ਸਾਹਿਬ ਦੇ ਨਿੰਦਕਾਂ ਨੇ ਆਪਣੀ ਕਲਮ ਅਤੇ ਆਪਣੀ ਜ਼ੁਬਾਨ ਤੇਜ਼ ਕੀਤੀ ਤਾਂ ਅਸੀਂ ਜਿੰਨੇ ਕੁ ਸਮਰੱਥਾ ਸੀ ਉਹਦਾ ਵਿਰੋਧ ਕੀਤਾ। ਡਾਕਟਰ ਜੋਤ ਸਿੰਘ, ਡਾਕਟਰ ਹਰਭਜਨ ਸਿੰਘ, ਅਨੁਰਾਗ ਸਿੰਘ ਦਾਸ, ਪੱਤਰਕਾਰਾਂ 'ਚੋਂ ਗੁਰਚਰਨ ਸਿੰਘ ਲਾਂਬਾ ਇਕੱਲੇ, ਸਿਰਫ ਇਕੱਲੇ। ਤੋ ਉਹਦੇ 'ਚ ਹੋਇਆ ਕਿ ਜੋ ਸਾਡੀਆਂ ਗਤੀਵਿਧੀਆਂ ਸਨ, ਆਪਾਂ ਦਿਲ ਦੀਆਂ ਗੱਲਾਂ ਕਰਨ ਲਈ ਇਕੱਠੇ ਹੋਏ ਹਾਂ, ਜੋ ਗਤੀਵਿਧੀਆਂ ਸਨ, ਸੰਤ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੂੰ ਜੀ ਮੈਂ ਖੱਤ ਲਿਖਦਾ ਰਿਹਾ ਅਤੇ ਨਾਲ ਆਰਟੀਕਲ ਵਿਰੋਧੀਆਂ ਦੇ ਵੀ ਆਪਣੇ ਵੀ। ਇਸੇ ਤਰ੍ਹਾਂ ਸਤਿਕਾਰਯੋਗ ਸੰਤ ਬਾਬਾ ਆਪਣੇ ਨਿਹੰਗ ਸਿੰਘਾਂ ਦੇ ਜੱਥੇ ਦੇ ਸੰਤਾ ਸਿੰਘ ਜੀ, ਉਹਨਾਂ ਦਾ ਐਡਰੈਸ ਸੀ ਮੇਰੇ ਕੋਲ, ਉਹਨਾਂ ਨੂੰ ਮੈਂ ਪੋਸਟ ਕਰਦਾ ਰਿਹਾ ਇਸ ਆਸ ਨਾਲ ਵੀ ਜੇ ਕਿਤੇ ਇਹਨਾਂ ਵੱਲੋਂ ਸ਼ਾਬਾਸ਼ ਦਾ ਇੱਕ ਖਾਤਾ ਜੇ ਨਾ ਤਾਂ ਫਿਰ ਮੈਂ ਡੋਲਾ ਨਾ। ਮੈਂ ਅਸੀਂ 4-5 ਕੁ ਜਣੇ ਥੋੜ੍ਹੇ ਰਹਿ ਗਏ ਸੀ, ਵਿਸ਼ਵਾਸ ਜ਼ਰੂਰ ਸੀ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਡੀ ਪੈਜ ਰੱਖਣਗੇ, ਲੇਕਿਨ ਆਪਾਂ ਲਿਖਤੀ ਵੀ ਜ਼ਬਾਨੀ ਵੀ ਆਪਾਂ ਉਤਸ਼ਾਹ ਦੇਣਾ ਉਹਨਾਂ ਲੋਕਾਂ ਨੂੰ ਜਿਹੜੇ ਇਸ ਕੰਮ ਕਰਨ ਵਾਸਤੇ ਯਤਨਸ਼ੀਲ ਨੇ ਅਤੇ ਖਤਰੇ ਉਠਾ ਰਹੇ ਨੇ। ਤੀਜੀ ਗੱਲ ਇਹ ਕਿ ਹੁਣੀ ਗੱਲ ਚੱਲੀ ਸੀ, ਸਭ ਤੋਂ ਵੱਡਾ ਅਟੈਕ ਉਹਨਾਂ ਦਾ ਹੁੰਦਾ ਹੈ ਚਰਿਤਰੋਪਾਖਿਆਨ 'ਤੇ। ਚਰਿਤਰੋਪਾਖਿਆਨ 'ਤੇ ਇਸ ਲਈ ਕਿ ਉਹਦੇ ਵਿੱਚ ਔਰਤ ਅਤੇ ਮਰਦ ਦੇ ਸੰਬੰਧਾਂ ਦੇ ਜ਼ਿਕਰ ਨੇ। ਔਰਤ ਅਤੇ ਮਰਦ ਕੀ ਚੀਜ਼ ਹੈ ਭਲਾ? ਇਹ ਜਿੰਨਾ ਕੁ ਦਾਸ ਨੂੰ ਪਤਾ ਲੱਗਿਆ ਦਸਮ ਗ੍ਰੰਥ ਦਰਸ਼ਨ ਦਾ ਚਿੰਤਨ ਕਰਦਿਆਂ ਹੋਇਆਂ ਕਿ ਬੇਸਿਕਲੀ ਆਤਮਾ ਹੈ ਜਿਹਨੇ ਇਹ ਲਿਬਾਸ ਧਾਰੇ ਹੋਏ ਨੇ। ਮੈਂ ਜੇ ਕੁੜਤਾ ਪਜਾਮਾ ਪਹਿਨ ਲਿਆ ਤਾਂ ਇਹਦੇ ਨਾਲ ਇਹ ਪੈਂਟ ਕਮੀਜ਼ ਹੈ ਮੇਰੀ, ਇਹਦੇ ਨਾਲ ਮੈਂ ਅੰਗਰੇਜ਼ ਨਹੀਂ ਹੋ ਗਿਆ, ਉਹਨਾਂ ਦਾ ਲਿਬਾਸ ਹੈ, ਇਹ ਮੈਂ ਲਿਬਾਸ ਟੈਂਪਰੇਰੀ ਪਹਿਨ ਲਿਆ। ਆਤਮਾ ਜਿਹਦਾ ਕੋਈ ਲਿੰਗ ਨਹੀਂ, ਉਹਨੇ ਆਹ ਮਰਦ ਦਾ ਲਿਬਾਸ ਪਹਿਨ ਲਿਆ। ਇੱਕ ਉਹ ਬੀਬੀ ਬੈਠੀ ਹੈ, ਆਤਮਾ ਨੇ ਇੱਕ ਔਰਤ ਦਾ ਲਿਬਾਸ ਪਹਿਨ ਲਿਆ। ਤੋ ਇਹ ਜਿਹੜੇ ਬਾਹਰ ਦੇ ਰੂਪ ਨੇ ਇਹ ਦੁਜੈਲੇ ਨੇ, ਕੇਂਦਰੀ ਸਰੂਪ ਹੈ ਜਿਹੜਾ ਉਹ ਰੂਹ ਦਾ ਅਤੇ ਆਤਮਾ ਦਾ ਹੈ। ਗੁਰੂ ਮਹਾਰਾਜ ਦੇ ਜਿਹੜੇ ਬਚਨ ਹੋਏ ਨੇ ਉਹ ਕੇਵਲ ਰੂਹ ਦੇ ਨੇ, ਰੂਹ ਦੇ ਉੱਤੇ ਕੇਂਦਰਿਤ ਨੇ। ਪਹਿਲੀ ਗੱਲ ਤਾਂ ਇਹ, ਫਿਰ ਝਗੜਾ ਆਪਣਾ ਬਹੁਤ ਘੱਟ ਜਾਏਗਾ ਇਹਦੇ ਨਾਲ। ਦੂਜੀ ਗੱਲ ਇਹ ਕਿ ਪ੍ਰਧਾਨ ਸੁਰ ਹੈ ਜਿਹੜੀ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ, ਉਹ ਹੈ ਨਿਰਾਕਾਰ ਦੀ, ਆਤਮਾ ਦੀ, ਰੂਹਾਨੀਅਤ ਦੀ, ਰਬਾਨੀਅਤ ਦੀ। ਅਤੇ ਜਿਹੜੀ ਪ੍ਰਧਾਨ ਸੁਰ ਹੈ ਸ੍ਰੀ ਦਸਮ ਗ੍ਰੰਥ ਸਾਹਿਬ ਜੀ, ਉਹ ਪ੍ਰਗਟ ਆਕਾਰ ਰੂਪ ਦੀ ਹੈ, ਜਿਹਦੇ 'ਚ ਤੁਸੀਂ ਦੇਖੋਗੇ, ਪਾਠ ਕਰੋਗੇ, ਜਿਨ੍ਹਾਂ ਵੀਰਾਂ ਭੈਣਾਂ ਨੇ ਪਾਠ ਕੀਤਾ ਨਿਹੰਗ ਫੌਜਾਂ ਨੇ, ਇਹ ਤਾਂ ਮੈਂ ਸੋਚ ਨਹੀਂ ਨਾ ਸਕਦਾ ਵੀ ਤੁਸੀਂ ਗੁਣੀ ਨਾ ਹੋ। ਕਿ ਇਹ ਮੈਂ ਸੰਬੋਧਨ ਉਹਨਾਂ ਨੂੰ ਕਰ ਰਿਹਾ ਜਿਹੜੇ ਨਿਹੰਗ ਸਿੰਘ ਨਹੀਂ ਹਨ ਇੱਥੇ, ਜਿਨ੍ਹਾਂ ਨੇ ਪਾਠ ਨਹੀਂ ਕੀਤਾ। ਦਸਮ ਗ੍ਰੰਥ ਸਾਹਿਬ ਦੇ ਵਿੱਚ ਇੱਕ ਸ਼ਬਦ ਹਜ਼ਾਰਾਂ ਵਾਰ ਨਹੀਂ ਸੈਂਕੜੇ ਵਾਰ ਆਇਆ, ਉਹ ਹੈ ਕਾਲ ਪੁਰਖ, ਕੱਕੇ ਨੂੰ ਕੰਨਾ ਲੱਲਾ। ਡਾਕਟਰ ਹਰਭਜਨ ਸਿੰਘ ਜੀ ਨੇ ਹੁਣ ਡਾਕਟਰੇਟ, ਸਭ ਤੋਂ ਵੱਡੀ ਜਿਹੜੀ ਡਿਗਰੀ ਹੈ, ਉਹਦੇ ਉੱਤੇ ਇੱਕ ਵਿਦਿਆਰਥੀ ਨੂੰ ਕੰਮ ਕਰਵਾਉਣਾ ਸ਼ੁਰੂ ਕੀਤਾ ਹੋਇਆ ਹੈ ਕਿ ਅਕਾਲ ਪੁਰਖ ਉੱਤੇ ਤਾਂ ਕਾਫੀ ਸਾਰਾ ਕੰਮ ਹੋ ਚੁੱਕਿਆ, ਕਾਲ ਪੁਰਖ ਉੱਤੇ ਕੰਮ ਨਹੀਂ ਹੋਇਆ। ਕਾਲ ਪੁਰਖ ਕੀ ਚੀਜ਼ ਹੁੰਦੀ ਹੈ? ਅਕਾਲ ਪੁਰਖ ਕਣ ਕਣ 'ਚ ਵਿਆਪਕ ਹੈ ਨਾ ਜੀ, ਉਹਦਾ ਉਹ ਰੂਪ ਪ੍ਰਗਟ ਹੋਇਆ ਜਿਹੜਾ ਸਾਨੂੰ ਪਤਾ ਲੱਗ ਗਿਆ, ਉਹਨੂੰ ਆਪਾਂ ਕਾਲ ਪੁਰਖ ਆਖਦੇ ਹਾਂ। ਤੋ ਇੰਨੇ ਕਲੀਅਰ ਸ਼ਬਦਾਂ 'ਚ ਫਿਰ ਜਦੋਂ ਕਾਲ ਪੁਰਖ ਆਖਿਆ ਨਾ, ਫਿਰ ਤਾਂ ਸੁਖੀ ਵਸੈ ਮੋਰੋ ਪਰਿਵਾਰਾ, ਫਿਰ ਇੱਕ ਧੜਾ ਇੱਧਰ ਹੋ ਗਿਆ, ਦੁਸ਼ਟ ਦੋਖੀਅਨ ਪਕੜ ਪਛਾਰੋ ਉਹ ਦੂਸਰੇ ਪਾਸੇ ਹੋ ਗਏ। ਇਹ ਜਿਹੜਾ ਪ੍ਰਗਟ ਸਰੂਪ ਹੈ ਨਾ ਦਸਮ ਗ੍ਰੰਥ ਦੇ ਵਿੱਚ ਅਕਾਲ ਪੁਰਖ ਦਾ ਜ਼ਿਕਰ ਕੀਤਾ ਹੋਇਆ, ਉਹਦੇ ਵਿੱਚ ਖੰਡੇ ਨਾਲ ਸ੍ਰਿਸ਼ਟੀ ਤੇ ਚਿੰਤਨ ਦੇ 2 ਹਿੱਸੇ ਕੀਤੇ ਹੋਏ ਨੇ।
ਰੋਸ਼ਨੀ ਉਹਨੇ ਪ੍ਰਗਟ ਕੀਤੀ ਹੈ ਤੇ ਹਨੇਰਾ ਵੀ ਉਹਨੇ ਪ੍ਰਗਟ ਕੀਤਾ ਹੈ। ਕਰੂਰ ਕਰਮ ਕਰਨ ਵਾਲੇ ਵੀ ਉਹਨੇ ਪ੍ਰਗਟ ਕੀਤੇ ਨੇ। ਨਮੋ ਅੰਧਕਾਰੇ ਨਮੋ ਤੇਜ ਤੇਜੇ। ਤੋ ਬਾਬੇ ਕੇ ਬਾਬਰ ਕੇ ਬਾਬੇ ਕੇ ਦੋ ਆਪ ਕਰੇ ਪਰਮੇਸ਼ਰ ਸੋ। ਤੋ ਇੱਕ ਪਰਿਵਾਰ ਇੱਧਰ ਲੈ, ਦੂਜਾ ਇੱਧਰ ਲੈ, ਤੇ ਦੋਵਾਂ ਦਾ ਟਾਕਰਾ ਜਿਹੜਾ ਇਹ ਸਦੀਵੀ ਹੈ, ਹਮੇਸ਼ ਲਈ। ਬਾਬੇ ਕੇ ਯਾਨੀ ਕਿ ਪਹਿਲਾਂ ਦੈਂਤ ਤੇ ਦੇਵਤੇ ਨਹੀਂ ਆਪਾਂ ਪੜ੍ਹੇ, ਉਹਨਾਂ ਦੇ ਯੁੱਧ ਦਸਮ ਗ੍ਰੰਥ ਸਾਹਿਬ ਦੇ ਵਿੱਚ ਜੋ ਵਰਣਨ ਹੈ ਗਜ਼ਬ ਦਾ। 1980 ਦੀ ਇੱਕ ਘਟਨਾ ਯਾਦ ਆਈ ਮੈਨੂੰ। ਸੰਤ ਬਾਬਾ ਜਰਨੈਲ ਸਿੰਘ ਜੀ ਦੇ ਚਰਨਾਂ 'ਚ ਬਾਕੀ ਸੰਗਤ ਸਮੇਤ ਦਾਸ ਵੀ ਬਿਰਾਜਮਾਨ ਸੀ। ਪਿਆਰਾ ਸਿੰਘ ਪਦਮ ਸਾਡੇ ਨਾਲ ਗਏ ਸੀ। ਪਿਆਰਾ ਸਿੰਘ ਪਦਮ ਨੇ ਸਵਾਲ ਕੀਤਾ, ਕਹਿੰਦੇ ਬਾਬਾ ਜੀ ਦਸਮ ਗ੍ਰੰਥ ਬਾਬਤ ਕੁਛ ਨਿੰਦਕ ਕਹਿੰਦੇ ਨੇ ਵੀ ਇਹ ਬਾਣੀ ਦਸਮ ਪਾਤਸ਼ਾਹ ਦੀ ਨਹੀਂ ਹੈ, ਇਹ ਬਾਣੀ ਕੁਛ ਲੋੜੀਂਦੀ ਨਹੀਂ ਹੈ, ਗੁਣ ਨਹੀਂ ਹੈ, ਇਹਦੇ 'ਚ ਸਮਝ ਨਹੀਂ ਆਉਂਦੀ ਵਗੈਰਾ ਵਗੈਰਾ। ਜੋ ਉੱਤਰ ਸੀ ਮੈਨੂੰ ਯਾਦ ਹੈ ਹੁਣ ਤੱਕ। ਬਾਬਿਆਂ ਨੇ ਉੱਤਰ ਦਿੱਤਾ ਕਿ ਦਸਮ ਗ੍ਰੰਥ ਜੀ ਦੀ ਬਾਣੀ ਦਾ ਪਾਠ ਤੇ ਅਰਥ ਸਮਝਣੇ ਤਾਂ ਦਰਕਿਨਾਰ, ਬੁਜ਼ਦਿਲ ਆਦਮੀ ਇਹਦੀ ਬਾਣੀ ਸੁਣ ਨਹੀਂ ਸਕਦਾ। ਇਹ ਕਾਇਰਾਂ ਦਾ ਗ੍ਰੰਥ ਨਹੀਂ ਹੈ, ਬੁਜ਼ਦਿਲਾਂ ਦਾ ਗ੍ਰੰਥ ਨਹੀਂ ਹੈ। ਇਸ ਗ੍ਰੰਥ ਦੇ ਵਿੱਚ ਤੁਹਾਨੂੰ ਹਾਥੀਆਂ ਦੀਆਂ ਚਿੰਗਾਰਾਂ, ਕਿਰਪਾਨਾਂ ਦੀਆਂ ਟੁਣਕਾਰਾਂ ਤੇ ਘੋੜਿਆਂ ਦੇ ਰਕਾਬਾਂ ਦੀਆਂ ਤੇ ਪੌੜਾਂ ਦੀਆਂ ਆਵਾਜ਼ਾਂ, ਇਹ ਛਣਕਾਟੇ ਸੁਣਦੇ ਨੇ ਤੁਹਾਨੂੰ ਥਾਂ ਥਾਂ ਤੇ, ਇੱਕ ਇੱਕ ਪੰਨੇ 'ਚੋਂ, ਇੱਕ ਇੱਕ ਅੰਗ 'ਚੋਂ। ਆਪਾਂ ਥੋੜ੍ਹਾ ਦੇਰ ਨਾਲ ਇਕੱਠੇ ਹੋਏ, ਇੰਨਾ ਮਨ ਖਿੜਿਆ ਹੋਇਆ ਇਹ ਖਿੜੀਆਂ ਹੋਈਆਂ ਫੌਜਾਂ ਨੂੰ ਦੇਖ ਕੇ ਕਿ ਮੈਨੂੰ ਹੁਣ ਇਉਂ ਲੱਗਦਾ ਵੀ ਮੈਂ ਇਕੱਲਾ ਨਹੀਂ ਹਾਂ, ਮੇਰੇ ਨਾਲ ਮਹਾਰਾਜ ਦੀਆਂ ਲਾਡਲੀਆਂ ਫੌਜਾਂ ਨੇ। ਪ੍ਰੋਫੈਸਰ ਆਪਾਂ ਨੂੰ ਥੋੜ੍ਹਾ ਦੇਰ ਹੋਈ ਹੈ ਇਕੱਠਿਆਂ ਹੋਣ ਨੂੰ। ਪ੍ਰੋਫੈਸਰ ਪੂਰਨ ਸਿੰਘ ਜੀ ਦਾ ਇੱਕ ਲੇਖ ਹੈ, ਉਹਦਾ ਨਾਂ ਹੈ ਵੀਰਤਾ। ਪ੍ਰੋਫੈਸਰ ਪੂਰਨ ਸਿੰਘ ਦੱਸਦੇ ਨੇ ਕਿ ਯੋਧਾ ਕੌਣ ਹੁੰਦਾ। ਪਹਿਲਾ ਸੈਂਟੈਂਸ ਤਾਂ ਉਹਨਾਂ ਦਾ ਉਹ ਹੈ ਕਿ ਜਿਹੜਾ ਭਲਵਾਨ ਹੈ ਨਾ ਉਹ ਹਸਮੁਖ ਹੁੰਦਾ ਹੈ, ਉਹਨੂੰ ਛੇੜੀ ਚੱਲੋ ਕੁਛ ਨਹੀਂ ਕਹਿੰਦਾ। ਉਹਨੂੰ ਪਤਾ ਹੈ ਵੀ ਮੈਂ ਜਦੋਂ ਮਰਜ਼ੀ ਇਹਨਾਂ ਨੂੰ ਕਾਬੂ ਕਰ ਲਾਂ, ਜਦੋਂ ਮਰਜ਼ੀ ਆਪਣੀ ਜਾੜ ਹੇਠ ਦਬਾ ਲਾਂ। ਪੂਰਨ ਸਿੰਘ ਲਿਖਦਾ ਹੈ, ਕਹਿੰਦਾ ਜਿਹੜਾ ਯੋਧਾ ਹੈ ਨਾ, ਜਿਹੜਾ ਬਹਾਦਰ ਹੈ, ਉਹ ਟੀਨ ਦਾ ਪੀਪਾ ਨਹੀਂ ਹੁੰਦਾ ਬਈ ਰਤਾਕ ਠੰਡੀ ਹਵਾ ਦਾ ਬੁੱਲਾ ਲੱਗਿਆ ਜੰਮ ਗਿਆ ਘਿਓ, ਰਤਾਕ ਤੱਤੀ ਹਵਾ ਆਈ ਤੇ ਘਿਓ ਫੇਰ ਪੰਘਰ ਗਿਆ। ਪੂਰਨ ਸਿੰਘ ਜੀ ਲਿਖਦੇ ਨੇ ਕਿ ਬਹਾਦਰ ਹੈ ਜਿਹੜਾ ਨਾ ਯੋਧਾ, ਉਹਨੂੰ ਗੁੱਸਾ ਜਲਦੀ ਜਲਦੀ ਨਹੀਂ ਆਉਂਦਾ, ਸਦੀਆਂ ਲੱਗਦੀਆਂ ਨੇ ਉਹਨੂੰ ਗੁੱਸਾ ਚੜਾਉਣ ਲਈ। ਬਾਬਾ ਬੰਦਾ ਸਿੰਘ ਜੀ ਨੂੰ ਅਚਾਨਕ ਗੁੱਸਾ ਨਹੀਂ ਆਇਆ ਸੀ। 5ਵੇਂ ਪਾਤਸ਼ਾਹ ਨੂੰ ਤੰਗ ਕੀਤਾ ਸੀ, 9ਵੇਂ ਪਾਤਸ਼ਾਹ ਤੇ ਜ਼ਿਆਦਤੀਆਂ ਹੋਈਆਂ ਸੀ, 4 ਸਾਹਿਬਜ਼ਾਦੇ, ਅਣਗਿਣਤ ਸ਼ਹੀਦ ਸਿੰਘ ਸਿੰਘਣੀਆਂ ਬੀਬੀਆਂ ਆਪਣੀਆਂ। ਇੰਨੀ ਦੇਰ ਲੱਗੀ ਸੀ, ਬਾਬਾ ਬੰਦਾ ਸਿੰਘ ਨੂੰ ਫਿਰ ਗੁੱਸਾ ਆ ਗਿਆ। ਤੇ ਜਦੋਂ ਯੋਧੇ ਨੂੰ ਗੁੱਸਾ ਆ ਜਾਂਦਾ ਤੇ ਫਿਰ ਸਦੀਆਂ ਤੱਕ ਉਹਦਾ ਗੁੱਸਾ ਉਤਰਦਾ ਨਹੀਂ ਹੁੰਦਾ। ਇਹ ਜਿਹੜੇ ਸਾਡੇ ਨਿੰਦਕ ਨੇ, ਸਾਨੂੰ ਪਤਾ ਹੋਏ ਕਿ ਸਾਨੂੰ ਇਹ ਗੁੱਸਾ ਨਾ ਚੜਾਉਣ। ਜੇ ਸਾਨੂੰ ਗੁੱਸਾ ਆਇਆ ਫਿਰ ਲੱਥਣਾ ਨਹੀਂ ਹੈ ਸਦੀਆਂ ਤੱਕ। ਮਨ ਬਿਰਤੀ ਲਾਸਟ, ਬਸ ਮੈਂ ਕਿਉਂਕਿ ਵਾਅਦਾ ਕੀਤਾ ਸੀ ਸ਼ੁਰੂ 'ਚ ਹੀ ਵੀ ਥਕਾਵਾਂਗਾ ਨਹੀਂ, ਬਸ ਅਖੀਰਲੀ ਇੱਕ ਉਦਾਹਰਨ ਦੇ ਕੇ ਔਰ ਮੈਂ ਫੋਕਸ ਰੱਖਾਂਗਾ ਉਸੇ ਥਾਂ ਤੇ ਚਰਿਤਰੋਪਾਖਿਆਨ ਤੇ ਕਿ ਬੰਦੇ ਦੀ ਬਿਰਤੀ ਕੀ ਹੁੰਦੀ ਹੈ। ਇਸ ਗ੍ਰੰਥ 'ਚੋਂ ਸਾਡਾ ਸਰੂਪ, ਸਾਡਾ ਡਿਸਿਪਲਿਨ ਨਿਕਲਿਆ। ਇਹ ਜਿਹੜੀਆਂ ਫੌਜਾਂ ਨੇ ਨਾ, ਜਿਹੜੇ ਲਿਬਾਸ ਨੇ, ਇਹ ਦਸਮ ਗ੍ਰੰਥ ਦਾ ਪ੍ਰਤਾਪ ਨੇ। ਗੁਰੂ ਗ੍ਰੰਥ ਤਾਂ ਸਾਰੇ ਸੰਸਾਰ ਦਾ ਰੂਹਾਨੀਅਤ ਤੇ ਨਿਰੀ ਪ੍ਰਗਟ ਰੂਪ ਇਹ ਹੈ। ਤੇ ਮਹਾਤਮਾ ਬੁੱਧ ਮਤ ਦੇ ਵਿੱਚ ਇੱਕ ਸਾਖੀ ਆਉਂਦੀ ਹੈ ਬਹੁਤ ਪਿਆਰੀ। 2 ਬੋਧੀ ਭਿੱਖੂ ਦਰਿਆ ਪਾਰ ਕਰ ਰਹੇ ਸਨ। ਇੱਕ ਜਵਾਨ ਕੁੜੀ ਡਰ ਰਹੀ ਸੀ ਕਿ ਮੈਂ ਪਾਣੀ 'ਚ ਡੁੱਬ ਕੇ ਮਰ ਜਾਵਾਂਗੀ। ਉਹ ਮਿੰਨਤਾਂ ਕਰਨ ਲੱਗੀ ਕਿ ਤੁਸੀਂ ਸਤਿਕਾਰਯੋਗ ਸੰਤੋਂ ਤੁਸੀਂ ਮੈਨੂੰ ਪਾਰ ਲੰਘਾਓ। ਜਦੋਂ ਇੱਕ ਬਾਂਹ ਫੜ ਲਈ ਇੱਕ ਭਿੱਖੂ ਨੇ ਉਹਦੀ, ਜਦੋਂ ਪਾਣੀ ਡੂੰਘਾ ਆਇਆ ਉਹ ਕੁੜੀ ਹੋਰ ਡਰ ਗਈ, ਕਹਿਣ ਲੱਗੀ ਮੈਨੂੰ ਡਰ ਲੱਗਦਾ ਮੈਂ ਮਰਾਂਗੀ। ਉਸ ਭਿੱਖੂ ਨੇ ਉਪਕਾਰ ਕਰਕੇ ਉਸ ਕੁੜੀ ਨੂੰ ਆਪਣੇ ਮੋਢੇ 'ਤੇ ਬਿਠਾਇਆ ਤੇ ਦਰਿਆ ਦੇ ਦੂਜੇ ਕਿਨਾਰੇ 'ਤੇ ਲੈ ਕੇ ਛੱਡਿਆ। ਉਹ ਦੂਸਰਾ ਭਿੱਖੂ ਬੁੜਬੁੜ ਕਰਦਾ ਰਿਹਾ ਵੀ ਤੂੰ ਕੁੜੀ ਨਾਲ ਤਾਂ ਗੱਲ ਹੀ ਨਹੀਂ ਕਰਨੀ ਚਾਹੀਦੀ, ਤੂੰ ਉਹਦੀ ਬਾਂਹ ਫੜੀ ਪਹਿਲਾਂ, ਫਿਰ ਤੂੰ ਉਹਨੂੰ ਮੋਢੇ 'ਤੇ ਬਿਠਾਇਆ, ਕਿਉਂ ਕੀਤਾ ਤੂੰ? ਚੁੱਪ ਰਿਹਾ। ਤੁਰਦੇ ਗਏ ਫੇਰ ਇਹੀ ਸਵਾਲ। ਦੁਪਹਿਰ ਹੋ ਗਈ, ਦਰਖਤ ਹੇਠਾਂ ਬੈਠੇ, ਫੇਰ ਮਹਾਤਮਾ ਬੁੱਧ ਨੇ ਤਾਂ ਕਿਹਾ ਸੀ ਕੁੜੀਆਂ ਨਾਲ ਗੱਲਾਂ ਨਹੀਂ ਕਰਨੀਆਂ, ਤੂੰ ਉਹਨੂੰ ਮੋਢੇ 'ਤੇ ਬਿਠਾ ਲਿਆ ਸੀ। ਇਹ ਜਿਹੜਾ ਭਿੱਖੂ ਸੀ ਜਿਹਨੇ ਉਸ ਕੁੜੀ ਨੂੰ ਪਾਰ ਲੰਘਾਇਆ ਸੀ, ਉਹ ਕਹਿੰਦਾ ਮਿੱਤਰ, ਮੈਂ ਇੱਕ ਕੁੜੀ ਨੂੰ ਦਰਿਆ ਦੇ ਇੱਕ ਕਿਨਾਰੇ ਤੋਂ ਚੁੱਕ ਕੇ ਦੂਸਰੇ ਕਿਨਾਰੇ ਉੱਤੇ ਛੱਡ ਆਇਆ ਸੀ, ਮੈਂ ਉਤਾਰ ਦਿੱਤੀ ਸੀ, ਹੁਣ ਤੂੰ ਵੀ ਆਪਣੇ ਮੋਢਿਆਂ 'ਤੇ ਉਹਨੂੰ ਉਤਾਰੇਂਗਾ ਕਿ ਨਹੀਂ? ਤੂੰ ਕਿਉਂ ਚੁੱਕੀ ਫਿਰਦਾ ਹੁਣ ਤੱਕ? ਦਾਸ ਨੇ ਨਿਹੰਗ ਛਾਉਣੀਆਂ ਦੇ ਵਿੱਚ ਚਰਿਤਰੋਪਾਖਿਆਨ ਦੀ ਕਥਾ ਸੁਣੀ ਹੈ। ਜੇ ਕਿਸੇ ਨੂੰ ਕੋਈ ਸ਼ੱਕ ਹੋਵੇ ਨਾ, ਉਹ ਇਹਨਾਂ ਤੋਂ ਵਿੱਦਿਆ ਲੈਣ। ਅੱਜ ਹਨ ਨਹੀਂ ਇੱਥੇ, ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਦੇ ਨੇ ਜੀ, ਬੜੇ ਵਿਦਵਾਨ। ਅੱਛਾ, ਵਾਹ ਵਾਹ, ਕਿਆ ਬਾਤ ਹੈ ਜੀ। ਤੋ ਆਪਾਂ ਬੜਾ ਮਨ 'ਚ ਜਦੋਂ ਮੇਰੇ ਦਰਸ਼ਨ ਹੋਏ ਜਲੰਧਰ ਲਾਂਬਾ ਸਾਹਿਬ ਨੇ ਕਰਾਏ ਸੀ, ਉਹਨਾਂ ਨੇ ਜੋ ਬਚਨ ਕਹੇ ਉਹ ਮੇਰੇ ਦਿਲ 'ਚ ਵਸੇ ਹੋਏ ਨੇ। ਨਿਹੰਗ ਸਿੰਘਾਂ ਕੋਲ ਕੀਰਤਨੀਆਂ ਬੜੇ ਸੋਹਣੇ ਨੇ, ਵਿਦਵਾਨ ਬੜੇ ਸੋਹਣੇ ਨੇ। ਲਾਸਟ ਦੇ ਵਿੱਚ ਇੱਕ ਬਚਨ ਵੱਡਿਆਂ ਦਾ, ਸਵਾਮੀ ਰਾਮ ਕ੍ਰਿਸ਼ਨ ਪਰਮਹੰਸ, ਲਿਬਾਸ ਕੀ ਹੁੰਦਾ ਹੈ।
ਜਿਹਨੇ ਦਾੜੀ ਕੇਸਾਂ ਦੀ ਬੇਅਦਬੀ ਕੀਤੀ ਹੋਈ ਹੈ, ਮੈਨੂੰ ਇਹ ਲੱਗਦਾ ਵੀ ਮੈਂ ਥੋੜ੍ਹਾ ਜਿਹਾ ਉਹਦੇ ਨਾਲੋਂ ਠੀਕ ਹਾਂ, ਕਿਉਂਕਿ ਮੈਂ ਸਾਬਤ ਸੂਰਤ ਹਾਂ। ਮੇਰੇ ਨਾਲੋਂ ਵੱਧ ਠੀਕ ਨਿਹੰਗ ਸਿੰਘ ਫੌਜਾਂ ਨੇ, ਕਿਉਂਕਿ ਗੁਰੂ ਦਾ ਪ੍ਰਾਚੀਨ ਸਰੂਪ ਹੈ ਜਿਹੜਾ ਪੰਥ ਦਾ, ਉਹ ਤੁਹਾਡੇ ਕੋਲ ਹੀ ਹੈ। ਸਰੂਪ ਇਕੱਲਾ ਕੁਛ ਨਹੀਂ ਕਰਦਾ, ਅੰਦਰ ਜੇ ਗੁਰਬਾਣੀ ਦਾ ਵਾਸਾ ਨਹੀਂ ਹੈ ਫਿਰ ਤਾਂ ਭੇਖ ਹੋ ਗਿਆ। ਤੁਹਾਡੇ ਕੋਲ ਗੁਰਬਾਣੀ, ਸ਼੍ਰੀ ਗੁਰਬਾਣੀ ਵੀ, ਸ਼੍ਰੀ ਦਸਮ ਗ੍ਰੰਥ ਵੀ, ਲਿਬਾਸ ਵੀ, ਤੇ ਲਿਬਾਸ ਸੰਬੰਧੀ ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਨੂੰ ਪੁੱਛਿਆ ਸੀ ਉਹਦੇ ਸ਼ਰਧਾਲੂਆਂ ਨੇ ਕਿ ਜੀ ਲਿਬਾਸ ਦੀ, ਇਹਦੀ ਰਹਿਤ ਦੀ, ਇਹਦੀ ਲੋੜ ਹੈਗੀ ਕੋਈ? ਕਹਿੰਦੇ ਬਿਲਕੁਲ ਬਾਕਾਇਦਾ। ਕਿਉਂ ਜੀ, ਜੇ ਅੰਦਰ ਹੀ ਰੱਬ ਹੋਵੇ ਫਿਰ ਇਹਦੀ ਕੀ ਲੋੜ ਹੈ? ਉਹਨਾਂ ਦਾ ਉੱਤਰ ਧਿਆਨ ਨਾਲ ਸੁਣਨਾ ਸਾਧ ਸੰਗਤ ਜੀ। ਉਹ ਕਹਿੰਦੇ ਕਿ ਜੀਰੀ ਹੈ ਨਾ ਜਿਹੜੀ, ਚੌਲ ਦਾ ਲਿਬਾਸ ਫੱਕ ਹੁੰਦੀ ਹੈ। ਚੌਲ ਨੇ ਲਿਬਾਸ ਦੇ ਫੱਕ ਦਾ ਲਿਬਾਸ ਪਹਿਨਿਆ, ਫੱਕ ਦੇ ਕੱਪੜੇ ਪਹਿਨੇ ਹੋਏ ਨੇ। ਜੇ ਆਪਾਂ ਉਹ ਲਿਬਾਸ ਚੌਲ ਨਾਲੋਂ ਵੱਖਰਾ ਕਰ ਦਈਏ ਨਾ ਤਾਂ ਚੌਲ ਖਾਣ ਦੇ ਕੰਮ ਤਾਂ ਆਏਗਾ, ਉਹ ਜਰਮੀਨੇਟ ਨਹੀਂ ਹੋਏਗਾ, ਉਹਦੇ ਵਿੱਚ ਕ੍ਰੀਏਸ਼ਨ ਨਹੀਂ ਹੋਏਗੀ, ਉੱਗੇਗਾ ਨਹੀਂ ਉਹ। ਸੋ ਅੰਦਰ ਜਿੰਨੀ ਮਰਜ਼ੀ ਰੂਹਾਨੀਅਤ ਹੁੰਦੀ ਰਹੇ, ਜਦੋਂ ਤੱਕ ਅਸੀਂ ਲਿਬਾਸ ਰਾਹੀਂ ਇਹ ਐਲਾਨ ਨਹੀਂ ਕਰਦੇ ਕਿ ਮੇਰੇ ਅੰਦਰ ਦਸਮ ਪਾਤਸ਼ਾਹ ਹਜ਼ੂਰ ਦੇ ਚਰਨਾਂ ਦੀ ਧੂੜ ਹੈ, ਰਤਾ ਯਾਦ ਹੈ, ਉਦੋਂ ਤੱਕ ਫਿਰ ਆਪਣੇ ਅੰਦਰਲੀ ਬਾਣੀ ਦੀ ਕਦਰ ਬਿਲਕੁਲ ਨਹੀਂ ਪੈਣੀ। ਸੋ ਇੰਨੀਆਂ ਕੁ ਬੇਨਤੀਆਂ ਦਾਸ ਦੀਆਂ, ਕੋਈ ਭੁੱਲ ਚੁੱਕ ਹੋਈ ਹੋਵੇ, ਗੁਰੂ ਖਾਲਸਾ ਪੰਥ ਬਖਸ਼ਣਹਾਰ ਅੱਗੋਂ ਨੂੰ ਇਸੇ ਤਰ੍ਹਾਂ ਜੇ ਹੌਸਲਾ ਅਫਜ਼ਾਈ ਮਿਲਦੀ ਰਹੀ, ਆਪਾਂ ਰਲ ਮਿਲ ਕੇ ਬਹੁਤ ਕੰਮ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਮਾਨਯੋਗ ਡਾਕਟਰ ਹਰਪਾਲ ਸਿੰਘ ਜੀ ਪੰਨੂ ਦਾ, ਜੋ ਪੰਜਾਬੀ ਯੂਨੀਵਰਸਿਟੀ ਪਟਿਆਲੇ ਤੋਂ ਆਏ ਨੇ।